जगमोहन सिंह सैनी। मैं फॉर्मर एडिशनल एडिटर जनरल पंजाब। नाउ आई एम प्रेजिडेंट ऑफ इंटेलेक्चुअल फार्मर्स मंच पंजाब। So now I am practicing at Patiala, district Patiala. सर सिद्धू साहब का भी बहुत बड़ा बयान आया कल सिੱਖ ਦੇ ਬਾਰੇ ਤੇ ਤੁਸੀਂ ਅੱਜ ਸਿੱਖ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਰਿਪੋਰਟ ਜਿਹੜੀ ਬਰਗਾੜੀ ਕਾਂਡ ਦੇ ਉੱਤੇ ਗੋਲੀ ਕਾਂਡ ਹੋਇਆ ਬਰਗਾੜੀ ਦੇ ਵਿੱਚ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਦੇਖੋ ਸਿੱਧੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਆਪਣੇ ਥਾਂ ਤੇ ਹੈ। ਉਹ ਆਪਣੇ ਐਂਗਲ ਦੇ ਨਾਲ ਕਰ ਰਹੇ ਨੇ। ਉਹ ਕਾਂਗਰਸ ਪਾਰਟੀ ਦੇ ਐਂਗਲ ਦੇ ਹਿਸਾਬ ਨਾਲ ਕਰ ਰਹੇ ਨੇ। ਉਹ ਆਪਣੀ ਪਾਰਟੀ ਨੂੰ ਕੈਪਟਨ ਅਮਰਿੰਦਰ ਦੇ ਖਿਲਾਫ ਜਾ ਰਹੇ ਨੇ। ਉਹਨਾਂ ਦਾ ਇੰਟਰਨਲ ਮਾਮਲਾ ਇਹ ਕੈਪਟਨ ਸਿੱਧੂ ਜੀ ਦਾ। ਉਹਦੇ ਬਾਰੇ ਮੈਂ ਬੜੀ ਕਲੀਅਰ ਜੀ ਗੱਲ ਕਰਦਾ ਕਿ ਸਿੱਟ ਪਹਿਲਾਂ ਬਣ ਗਈ, ਜੋਰਾ ਸਿੰਘ ਬਰਾੜ ਜੀ ਦੀ ਕਮਿਸ਼ਨ ਆ ਗਿਆ, ਜਸਟਿਸ ਜੋਰਾ ਸਿੰਘ ਬਰਾੜ, ਦੈਨ ਜਸਟਿਸ ਰਣਜੀਤ ਸਿੰਘ ਜੀ ਆ ਗਏ, ਉਹਨਾਂ ਦੀ ਕਮਿਸ਼ਨ ਬਣ ਗਿਆ, ਉਹਨਾਂ ਦੀ ਰਿਪੋਰਟਸ ਆ ਗਈਆਂ। Anyhow, on procedural illegality, some procedure was not properly adopted by Kamar Vijay Pratap Singh. The High Court did not agree with that report. ਚਲੋ ਉਸ ਤੋਂ ਬਾਅਦ ਉਹਨਾਂ ਨੇ ਦੁਬਾਰੇ ਸਿੱਟ ਬਣ ਗਈ। ਹੁਣ ਜਿਹੜੀ ਦੁਬਾਰੇ ਸਿੱਟ ਬਣੀ ਹੈ, ਮੈਂ ਦੇਖਦਾ ਕਿ ਇਹ ਜਿਹੜੀ ਸਿੱਟ ਬਣੀ ਹੈ ਇਹ ਬਿਲਕੁਲ ਹੀ ਜਿਹੜੀ ਬਣੀ ਹੈ ਹੋਮ ਮਿਨਿਸਟਰ ਦੇ ਅੰਡਰ ਬਣੀ ਹੈ। Who is Home Minister? Captain Amarinder Singh. Who is Chief Minister? Captain Amarinder Singh. Who is DGP? Same DGP. Do you think you will get any justice? Well, first of all, whether they are not under Home Minister, सीट कोई भी होवे वो सीट होनी चाहिए है ਜਿਹੜੀ ਐਟ ਲੀਸਟ ਤੁਹਾਡੇ ਪ੍ਰੈਜ਼ੈਂਟ ਹੋਮ ਮਿਨਿਸਟਰ ਔਰ ਚੀਫ ਮਿਨਿਸਟਰ ਦੇ ਅੰਡਰ ਨਹੀਂ ਹੋਣੀ ਚਾਹੀਦੀ। ਸੀਟ ਲੈ ਲੈਂਦੇ ਬਾਹਰ ਲਓ। ਥੋੜ੍ਹੀਆਂ ਏਜੰਸੀਆਂ ਨੇ ਹਿੰਦੁਸਤਾਨ 'ਚੋਂ ਕਿਸੇ ਵੀ ਸਟੇਟ 'ਚੋਂ ਇੱਕ ਸੀਟ ਬਣਾ ਦਿੰਦੇ। ਉਹ ਸੀਟ ਆ ਕੇ ਉਹੀ ਕੰਮ ਕਰਨਾ ਸੀ, ਉਹੀ ਪੁਲਿਸ ਅਫਸਰ ਆਊਟ ਆਫ ਸਟੇਟ ਤੋਂ ਲਿਆਂਦੇ। ਤੁਹਾਨੂੰ CBI ਪਸੰਦ ਨਹੀਂ ਹੈ, CBI ਨਹੀਂ ਪਸੰਦ ਹੈ, ਦੈਟਸ ਆਲਰੇਡੀ ਬੈਟਰ, CBI ਨੂੰ ਲਿਆਂਦੇ। ਲਿਆ ਕੇ ਉਹਨੂੰ ਜਿਹੜੀ ਸਾਰੀ ਸਿਸਟਮ ਹੈ ਉਹ ਸਿਸਟਮ ਨੂੰ ਲਿਆਓ ਤਾਂ ਕਿ ਇੰਡੀਪੈਂਡੈਂਟ ਬੋਡੀ, ਅਸੀਂ ਕਹਿੰਦੇ ਆ ਸਾਡੀ ਲੀਗਲ ਲੈਂਗੁਏਜ ਹੈ, ਇੰਡੀਪੈਂਡੈਂਟ ਬੋਡੀ ਜਿਹੜੀ ਹੁੰਦੀ ਹੈ ਉਹ ਜਿਹੜੀ ਸਿੱਟ ਹੈ ਉਹਨੂੰ ਲੋਕ ਵਿਸ਼ਵਾਸ ਕਰਦੇ ਨੇ, ਉਹਦੇ 'ਤੇ ਅਦਾਲਤਾਂ ਵਿਸ਼ਵਾਸ ਕਰਦੀਆਂ ਨੇ ਔਰ ਲੀਗਲ ਜਿਹੜੇ ਔਰ ਟੈਕਚੁਅਲ ਬੋਡੀਆਂ ਨੇ ਜਿਹੜੀਆਂ ਸਾਡੇ ਪੰਜਾਬ ਦੀਆਂ ਉਹ ਵਿਸ਼ਵਾਸ ਕਰਦੀਆਂ ਨੇ। ਹੁਣ ਕੀ ਵਿਸ਼ਵਾਸ ਹੈ? ਹੁਣ ਫਾਰ ਐਗਜ਼ਾਮਪਲ ਪਹਿਲੀ ਗੱਲ ਤਾਂ ਮੈਂ ਇਹੀ ਕਹਿ ਦੇਣਾ, ਬਾਦਲ ਸਾਹਿਬ ਦੇ ਬਿਆਨ ਲਿਖ ਲਏ, ਛੋਟੇ ਬਾਦਲ ਸਾਹਿਬ ਦੇ ਬਿਆਨ ਲਿਖ ਲਏ, ਉਹੀ ਪੁਰਾਣੇ ਬਿਆਨ, ਉਹੀ ਪੁਰਾਣੇ ਪੁਲਿਸ ਅਫਸਰਾਂ ਦੇ। ਡੂ ਯੂ ਥਿੰਕ ਉੱਥੇ ਕੋਈ ਐਸਾ ਐਵੀਡੈਂਸ ਛੱਡਿਆ ਹੋਊਗਾ ਇਹਨਾਂ ਨੇ 4.5 ਸਾਲ 'ਚ ਜਿਹੜਾ ਕਲੈਕਟ ਹੋ ਜਾਏਗਾ? ਜੋ ਵਿਜੇ ਪ੍ਰਤਾਪ ਦੀ ਰਿਪੋਰਟ ਹੈ ਉਸ ਤੋਂ ਨਵੀਂ ਚੀਜ਼ ਕੀ ਆਊਗੀ? ਕੋਈ ਆਉਣ ਦਿੰਦਾ? ਔਰ ਉਹ ਬੰਦੇ ਜਿਹੜੇ ਪਾਵਰਫੁਲ ਹੋਣਗੇ, ਚਲੋ ਮੈਂ ਇਹਨੂੰ ਵੀ ਆਪਾਂ ਇੱਕ ਪਾਸੇ ਰੱਖ ਲੈਂਦੇ ਹਾਂ। ਹੁਣ ਆਪਾਂ ਚੱਲਦੇ ਹਾਂ ਅੱਗੇ। ਬੈਸਟ ਐਵੀਡੈਂਸ ਕਿੱਥੇ ਆਈ ਹੈ? ਜੋਰਾ ਸਿੰਘ, ਜਸਟਿਸ ਜੋਰਾ ਸਿੰਘ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਇਨਕੁਆਇਰੀ ਦੇ ਵਿੱਚ ਕਿ ਐਜ ਏ ਕਮਿਸ਼ਨ, ਉਹ ਕਿੱਥੇ ਪਈ ਹੈ? ਉਹ ਕਿਹਦੀ ਕਸਟਡੀ 'ਚ ਇਸ ਵੇਲੇ? ਉਹ ਕਿਉਂ ਬਾਹਰ ਨਹੀਂ ਲਿਆਂਦੀ ਅਕਾਲੀ ਦਲ ਨੇ ਜਦੋਂ ਇਹਨਾਂ ਦੀ ਗੌਰਮੈਂਟ ਹੈ? ਉਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਗੌਰਮੈਂਟ ਹੈ, ਕੈਪਟਨ ਅਮਰਿੰਦਰ ਨੇ ਕੋਈ ਨਹੀਂ ਬਾਹਰ ਲਿਆਂਦੀ। ਉਹਦੇ ਵਿੱਚ ਸਾਰਾ ਕੁਛ ਹੈ। ਅਗਰ ਉਹ ਪਾਰਟ ਆਫ ਦੀ ਫਾਈਲ ਬਣਦਾ, ਐਵੀਡੈਂਸ ਆ ਜਾਂਦੀ ਹੈ ਔਰ ਜਸਟਿਸ ਜੋਰਾ ਸਿੰਘ ਦੀ ਸਟੇਟਮੈਂਟ ਰਿਕਾਰਡ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਇਨਕੁਆਇਰੀ ਆਫਿਸਰ ਉਹ ਸੀਗੇ, ਐਜ ਏ ਜੱਜ ਕੀਤੀ ਹੈ। ਕੋਈ ਛੋਟੀ ਗੱਲ ਨਹੀਂ, ਹਾਈ ਕੋਰਟ ਦਾ ਜੱਜ ਐਜ ਏ ਕਮਿਸ਼ਨ ਕੋਲ ਗੱਲ ਕਰਦਾ, ਨੋਟ ਅ ਸਮੋਲ ਥਿੰਗ। ਇਹਨਾਂ ਨੇ ਮਜ਼ਾਕ ਬਣਾ ਲਿਆ ਕਿ ਜਸਟਿਸ ਕਿਆ ਹੁੰਦੇ ਨੇ, ਹਾਈ ਕੋਰਟ ਜਸਟਿਸ ਕਿਆ ਹੁੰਦੇ ਨੇ। ਇਟ ਇਜ਼ ਮੈਂ ਇਹ ਸਮਝਦਾ ਕਿ ਵਿਸ਼ਵਾਸਘਾਤ ਹੈ ਜੁਡੀਸ਼ੀਅਲ ਸਿਸਟਮ ਦੇ ਨਾਲ ਕਿ ਇੱਕ ਜਸਟਿਸ ਦੀ ਰਿਪੋਰਟ ਨੂੰ ਪ੍ਰੋਵਾਈਡ ਨਹੀਂ ਕਰ ਰਿਹਾ ਕੋਈ। ਹੋਮ ਮਿਨਿਸਟਰ ਪ੍ਰੋਵਾਈਡ ਨਹੀਂ ਕਰ ਰਿਹਾ, ਚੀਫ ਮਿਨਿਸਟਰ ਪ੍ਰੋਵਾਈਡ ਨਹੀਂ ਕਰ ਰਿਹਾ, ਬਾਦਲ ਸਾਹਿਬ ਪ੍ਰੋਵਾਈਡ ਨਹੀਂ ਕੀਤੀ, ਪਹਿਲਾਂ ਉਹਨਾਂ ਨੇ ਪ੍ਰੋਵਾਈਡ ਨਹੀਂ। ਕਿਆ ਹੋ ਰਿਹਾ ਇਹ? ਜਿਹੜੀ ਜੇ ਜੰਗਲ ਰਾਜ, ਕੱਲ੍ਹ ਨੂੰ ਤਾਂ ਲੋੜ ਹੀ ਨਹੀਂ ਕਿਸੇ ਕਮਿਸ਼ਨ ਬਣਾਉਣ ਦੀ ਇੰਡੀਆ ਦੇ ਵਿੱਚ।
ਸੈਕੰਡ ਲੈ ਲਓ ਜਸਟਿਸ ਰਣਜੀਤ ਸਿੰਘ ਜੀ, ਫੌਜੀ ਆਦਮੀ, ਨੀਟ ਐਂਡ ਕਲੀਨ ਜੱਜ। ਜੋਰਾ ਸਿੰਘ ਵੀ ਨੀਟ ਐਂਡ ਕਲੀਨ, ਉਹਦਾ ਤਾਂ ਨੋਨ ਫੌਜੀ ਐਂਡ ਡਿਸਿਪਲਿਨ ਮੈਨ। ਅਸੀਂ ਸਾਡੇ ਲੈਕਚਰ ਦੇ ਕੇ ਗਏ ਨੇ ਜਦੋਂ ਬਣਾਇਆ ਇਹ ਸਾਰਾ, ਉਹ ਇਹੀ ਜਿਹੀ ਅਥੋਰਿਟੀ, ਲੇਕਿਨ ਉਹਨੂੰ ਵੀ ਵਿਚਾਰੇ ਦੀ ਰਿਪੋਰਟ ਨੂੰ ਜਾ ਕੇ ਖੁੱਜੇ ਲੈ ਲਾਇਆ ਗਿਆ। ਹੁਣ ਇਹ ਜਸਟਿਸ ਜੋਰਾ ਸਿੰਘ ਦੀ ਜਿਹੜੀ ਰਿਪੋਰਟਾਂ ਨੇ, ਇਹ ਦੋਨੋਂ ਰਿਪੋਰਟਾਂ ਨੇ ਇਨਕੁਆਇਰੀ ਰਿਪੋਰਟ, ਕਨਕਲੂਜਨ ਆਇਆ ਹੋਇਆ ਦਿਸ ਵੇ ਔਰ ਦੈਟ ਵੇ। ਇਹ ਵੀ ਵੇਰ ਨਾਟ ਕੰਸਰਨ, ਬਾਦਲਾਂ ਦੇ ਖਿਲਾਫ ਹੈ, ਮਜੀਠੀਏ ਦੇ ਖਿਲਾਫ ਹੈ, ਭੋਲੇ ਦੇ ਖਿਲਾਫ ਹੈ, ਗੈਂਗਸਟਰ ਦੇ ਖਿਲਾਫ ਹੈ, ਇਹਨੂੰ ਆਪਾਂ ਬਾਅਦ 'ਚ ਕਰਾਂਗੇ ਗੱਲ। ਪਰ ਪਈ ਹੈ ਨਾ, ਜੇ ਪਈ ਹੈ ਉਹਨੂੰ ਕੱਢੋ ਬਾਹਰ, ਔਰ ਬਾਹਰ ਕੱਢ ਕੇ ਲੋਕਾਂ 'ਚ ਲਿਆਓ। ਪੰਜਾਬ ਦੇ ਜਿਹੜੇ ਕਾਨੂੰਨਦਾਨ ਨੇ ਉਹਨਾਂ ਨੂੰ ਪੜ੍ਹਨ, ਉਹ ਉਸ ਤੋਂ ਬਾਅਦ ਇਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਜਾਵੇ, ਜਸਟਿਸ ਰਣਜੀਤ ਸਿੰਘ ਦੀ ਔਰ ਜੋਰਾ ਸਿੰਘ ਬਰਾੜ ਦੀ, ਐਂਡ ਪਲੱਸ ਅਦਰ ਜਿਹੜੇ ਸਰਕਮਸਟੈਂਸ ਨੇ ਜਿਹੜੇ ਹੁਣ ਇੰਜਰਡ ਵਿਟਨੈਸ ਹੈ, ਇੰਜਰਡ ਵਿਟਨੈਸ ਦੀ ਸਟੇਟਮੈਂਟ ਡੂ ਯੂ ਥਿੰਕ ਰਿਕਾਰਡ ਨਹੀਂ ਹੋਈ ਇਹਦੀ ਜਿਹੜੀ ਗੋਲੀ ਚੱਲੀ ਹੈ। ਇੰਜਰਡ ਵਿਟਨੈਸ ਜਾਂ ਸਟੈਪ ਵਿਟਨੈਸ ਸਾਡਾ ਸੁਪਰੀਮ ਕੋਰਟ ਕਹਿੰਦਾ, ਸਾਡੇ ਹਾਈ ਕੋਰਟ ਜੱਜ ਬਣਦੇ ਨੇ। ਉਹ ਇਕੱਲੇ ਦੀ ਸਟੇਟਮੈਂਟ ਦੇ ਉੱਤੇ ਤੁਸੀਂ ਪਰਚਾ ਦਰਜ ਕਰਕੇ, FIR ਦਰਜ ਕਰਕੇ ਅਰੈਸਟ ਕਰੋ ਬੰਦਿਆਂ ਨੂੰ ਜਿਨ੍ਹਾਂ ਨੇ ਗੋਲੀ ਚਲਾਈ ਹੈ। ਕਾਹਦੀ ਇਨਕੁਆਇਰੀ ਹੁੰਦੀ ਹੈ ਦੱਸੋ ਮੈਨੂੰ। ਇੱਕ ਗੱਲ ਸਿੱਧੂ ਠੀਕ ਕਹਿ ਰਿਹਾ ਕਿ ਜੀ 302 ਦਾ ਪਰਚਾ, ਆਮ ਬੰਦਾ ਪੂਰੇ ਡੌਲਾ ਪਿੱਛੇ ਲੜਾਈ ਹੋ ਜਾਂਦੀ। ਹਰ ਰੋਜ਼ ਅਸੀਂ ਫੌਜਦਾਰੀ ਕੇਸ, ਵਕੀਲ ਆ, ਫੌਜਦਾਰੀ ਕੇਸ ਕਰਦੇ ਆ, ਮਰਡਰ ਕੇਸ ਕਰਦੇ ਆ, ਦੇ ਚੱਕ ਕੇ 1 ਮਿੰਟ ਦੇ ਵਿੱਚ ਚੱਕ ਕੇ ਅੰਦਰ ਕਰ ਦਿੰਦੇ ਹੈ। ਕਿਸੇ ਮਾੜੀ ਜਿਹੀ ਗੋਲੀਆਂ ਫੜੀ ਜਾਣ, ਚੱਕ ਕੇ ਅੰਦਰ ਕਰਤੇ, 10 ਸਾਲ ਦੀ ਸਜ਼ਾ ਹੋ ਜਾਂਦੀ ਉਹਨਾਂ ਨੂੰ। ਫਿਰ ਫੜੀ ਗਈ ਕਮਰਸ਼ੀਅਲ ਹੈ, 10 ਸਾਲ ਦੀ ਸਜ਼ਾ, ਭੁਗਤ ਰਹੇ ਨੇ 10 ਦੀ ਸਜ਼ਾ। ਹੁਣ ਜਿਹੜੇ ਐਡੇ ਵੱਡੇ ਜਿਨ੍ਹਾਂ ਨੇ ਐਡੀ ਵੱਡੇ ਚਿੱਟਾ ਬਣਾਇਆ ਔਰ ਵੇਚਿਆ, ਜਿਹਦੇ ਪਿੱਛੇ ਇੰਨੇ ਕਮਿਸ਼ਨ ਬਣਾਏ ਗਏ, ਯਾਰ ਉਹ ਤਾਂ ਕੱਢ ਲਓ ਬਾਹਰ। ਕਿੱਥੇ ਪਈਆਂ ਨੇ ਉਹ? ਕਿਆ ਹਾਈ ਕੋਰਟ 'ਚ ਪਈਆਂ ਨੇ? ਐਪਲੀਕੇਸ਼ਨ ਤੋਂ ਆਪਣੇ ਐਡਵੋਕੇਟ ਜਨਰਲ ਨੂੰ ਇਹ ਜੀ ਸਾਨੂੰ ਲੋੜ ਹੈ ਇਹਦੀ ਕਾਪੀ ਦਿਓ, ਕਾਪੀ ਨਹੀਂ ਤਾਂ ਮੈਨੂੰ ਪਲੀਜ਼ ਪ੍ਰੀਪੌਂਡ ਕਰਾਓ, ਪ੍ਰੀਪੌਂਡ ਕਰਾ ਕੇ ਹਾਈ ਕੋਰਟ ਤੋਂ ਆਰਡਰ ਕਰਾਓ। ਇਹ ਲੋਕੀ ਹਾਹਾਕਾਰ ਮਚਾ ਰਹੇ ਨੇ, ਲੋਕਾਂ ਦੇ ਘਰ ਉੱਜੜ ਗਏ ਨੇ, ਬੱਚੇ ਬਰਬਾਦ ਹੋ ਗਏ ਨੇ, ਪੰਜਾਬ ਨਸ਼ੇ ਦੇ ਦਰਿਆ 'ਚ ਵਗ ਗਿਆ, ਬੁਰਾ ਹਾਲ ਹੋ ਗਿਆ। ਐਂਡ ਇਟ ਇਜ਼ ਦ ਡਿਊਟੀ ਆਫ ਦੀ ਜੁਡੀਸ਼ੀਅਲ, ਇਟ ਇਜ਼ ਦ ਡਿਊਟੀ ਆਫ ਜੁਡੀਸ਼ਰੀ ਆਲਸੋ, ਇਟ ਇਜ਼ ਜੁਡੀਸ਼ੀਅਲ। ਬਾਕੀ ਇਹਨਾਂ ਦੀ ਤਾਂ ਡਿਊਟੀ ਹੈ ਹੀ ਹੈ ਨਾ। ਹੁਣ ਇਹ ਪਤਾ ਕੀ ਹੈ, ਮੈਂ ਤੁਹਾਨੂੰ ਬੇਸਿਕਲੀ ਕੀ ਕਹਾਣੀ ਹੈ, ਇਹ ਦੋਨੋਂ ਚੀਜ਼ਾਂ ਕਿਉਂ ਨਹੀਂ ਬਾਹਰ ਆ ਰਹੀਆਂ। ਸਿੱਧੂ ਠੀਕ ਰੌਲਾ ਪਾ ਰਿਹਾ, ਚਾਹੇ ਉਹ ਕਾਂਗਰਸ ਦਾ ਬੰਦਾ, ਵੀ ਆਰ ਨੋਟ, ਪਰ ਅਸੀਂ ਤਾਂ ਬੜੀ ਕਲੀਅਰ ਗੱਲ ਕਰਦੇ ਹਾਂ। ਅਸੀਂ ਭਾਰਤੀ ਜਨਤਾ ਪਾਰਟੀ, ਮੈਂ ਜੁਆਇਨ ਕੀਤੀ ਹੈ ਔਰ ਮੈਂ ਹੈੱਡਕੁਆਟਰ ਉੱਥੇ ਉੱਪਰ ਜੁਆਇਨ ਕੀਤੀ ਹੈ, ਔਰ ਮੈਂ BJP ਪਰਿਵਾਰ ਦਾ ਮੈਂਬਰ ਬਣਿਆ। BJP ਪਰਿਵਾਰ ਦਾ ਮੈਂਬਰ ਮੈਨੂੰ ਬਣਾਇਆ, ਸਾਡੇ 6 ਬੰਦਿਆਂ ਨੂੰ ਬਣਾਇਆ, ਔਰ ਸਿੱਖਾਂ ਨੂੰ ਅੱਗੇ ਅਸੀਂ ਐਕਸਪੈਂਡ ਹੋ ਰਹੇ ਹਾਂ, ਬਣ ਰਹੇ ਹਾਂ। ਔਰ ਹੁਣ ਅਸੀਂ ਇਹ ਸਮਝਦੇ ਹਾਂ ਕਿ ਜਦੋਂ BJP ਪਰਿਵਾਰ ਦੇ ਮੈਂਬਰ ਬਣ ਗਏ ਹਾਂ, ਹੁਣ ਸਾਡੀ ਡਿਊਟੀ ਬਣਦੀ ਹੈ ਬੀਇੰਗ ਏ ਐਡਵੋਕੇਟ, ਐਡਵੋਕੇਟ ਜਨਰਲ ਅਸੀਂ ਰਹੇ ਹਾਂ, ਫੌਜਦਾਰੀ ਵਕੀਲ ਅਸੀਂ ਹਾਂ। ਸਾਡੇ ਨਾਲ ਬਹੁਤ ਹੀ ਵਧੀਆ ਵਕੀਲ ਨਵਕਿਰਨ ਸਿੰਘ ਐਡਵੋਕੇਟ, ਅਮਰ ਸਿੰਘ ਚਹਿਲ ਐਡਵੋਕੇਟ, ਈਵਨ ਕਿ ਪੂਰਨ ਸਿੰਘ ਹੁੰਦਰ ਰਿਮੇਨਡ ਵਿਦ ਅਸ। ਪੁਰਾਣੀਆਂ ਗੱਲਾਂ ਕਰ ਰਿਹਾ ਮੈਂ, ਅਸੀਂ ਹਿਊਮਨ ਰਾਈਟ ਵਾਇਲੇਸ਼ਨ ਦੇ ਕੰਮ, ਰਜਿੰਦਰ ਸਿੰਘ ਜਸਟਿਸ ਅਜੀਤ ਸਿੰਘ ਦਾ ਬੇਟਾ ਅੱਜ ਨਾਓ ਸੀਨੀਅਰ ਐਡਵੋਕੇਟ ਹੈ। ਅਸੀਂ ਸਾਰਿਆਂ ਨੇ ਉਦੋਂ ਜਦੋਂ ਵਾਇਲੇਸ਼ਨ ਆਫ ਹਿਊਮਨ ਰਾਈਟਸ ਹੋਈ ਹੈ ਟਾਡਾ ਵੇਲੇ, ਅਸੀਂ ਕੰਮ ਕੀਤਾ ਹੋਇਆ। ਅਸੀਂ ਆਪਣੀ ਜਾਨਾਂ ਖੇਡਦੇ ਰਹੇ ਹਾਂ। ਬੜੇ 4 ਵਕੀਲ ਉਦੋਂ ਮਾਰਤੇ ਸੀ। ਅਸੀਂ ਵੇਸਮਣੀ ਨੇ ਰੋਪੜ ਵਾਲਾ ਮਾਰਿਆ। ਚਲੋ ਆਪਾਂ ਇੰਨੀ ਡਿਟੇਲ 'ਚ ਨਹੀਂ ਜਾਂਦੇ। ਇਹ ਸਾਰੀਆਂ ਗੱਲਾਂ ਅਸੀਂ ਝੱਲੀਆਂ ਹੋਈਆਂ ਔਰ ਦੇਖੀਆਂ ਹੋਈਆਂ ਨੇ। ਅਸੀਂ ਜਾਣਦੇ ਹਾਂ ਕਿ ਕਿੱਦਾਂ ਨੱਥ ਪਾਣੀ ਆ ਇਹ। ਅਸੀਂ ਇਹਨਾਂ ਨੂੰ ਨੱਥ ਪਾ ਕੇ ਹਟਾਂਗੇ। ਪਰ ਅੱਜ ਮੈਂ ਤੁਹਾਡੇ ਜਿਹੜਾ ਹੈਗਾ ਤੁਹਾਡੀ TV ਦੇ ਥਰੂ ਮੈਂ ਇੱਕ ਤੋਂ ਇਹੀ ਗੱਲ ਕਰ ਰਿਹਾ ਕਿ ਜਿਹੜੀ ਬੈਸਟ ਐਵੀਡੈਂਸ ਪਈ ਆ ਉਹਨੂੰ ਬਾਹਰ ਕੱਢੋ। ਔਰ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਹੋਣ ਦੇ ਨਾਤੇ ਨਵਾਂ ਮੈਂ ਸ਼ਾਮਲ ਹੋਇਆ, ਔਰ ਹੌਲੀ ਹੌਲੀ ਪਾਰਟੀ ਮੈਨੂੰ ਜਿੱਥੇ ਡਿਊਟੀ ਲਾਏਗੀ, ਝਾੜੂ ਮਾਰਨ ਨੂੰ ਕਹੋਗੇ ਮੈਂ ਝਾੜੂ ਮਾਰੂੰਗਾ, ਉੱਪਰ ਬਿਠਾਉਣਗੇ ਉੱਪਰ ਬਹਿ ਜਾਵਾਂਗਾ। ਪਰ ਐਜ ਏ ਵਰਕਰ ਮੈਂ ਇਹ ਮੁੱਦੇ ਨੂੰ ਚੱਕਾਂਗਾ ਔਰ ਚੱਕ ਕੇ ਲੋਕਾਂ ਲਈ ਇਨਸਾਫ ਦੀ ਪੁਕਾਰ ਕਰਾਂਗਾ। ਉਹਦੇ ਲਈ ਚਾਹੇ ਮੈਨੂੰ ਆਪਣੀ ਜਾਨ ਦੇਣੀ ਪਵੇ, ਚਾਹੇ ਮੇਰੇ ਪਿੱਛੇ ਕੋਈ ਮੁਕੱਦਮੇ ਬਣਾਉਣ, ਚਾਹੇ ਗੋਲੀ ਮਰਵਾਉਣ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਹੈ। ਸੋ ਇਹ ਮੈਂ ਤੁਹਾਨੂੰ ਨਟਸ਼ਲ ਜਿਹੜੀ ਹੈ ਲੀਗਲ ਪ੍ਰੋਪੋਜੀਸ਼ਨ ਤੁਹਾਨੂੰ ਸਮਝਾਈ ਹੈ।
ਔਰ ਇਹਦੇ ਨੂੰ ਤੁਸੀਂ ਇਹ ਦੇਖੋ ਕਿ ਪੁੱਛੋ ਸਵਾਲ ਕੀ ਬੈਠੋ ਨੂੰ ਵੀ ਅੱਜ ਇਹ ਸਾਰੀਆਂ ਸੀਟਾਂ ਨੂੰ ਪੁੱਛੋ ਸਵਾਲ ਇਹ ਜਾ ਕੇ ਕਿ ਤੁਸੀਂ ਦੱਸੋ ਇਹਨਾਂ ਨੂੰ ਸਟੇਟਮੈਂਟ ਕਿਉਂ ਨਹੀਂ ਰਿਕਾਰਡ ਕਰ ਰਹੇ, ਬੈਸਟ ਐਵੀਡੈਂਸ ਕਿਉਂ ਨਹੀਂ ਕਲੈਕਟ ਕਰ ਰਹੇ, ਕੀ ਕਹਾਣੀ ਹੈ। ਇਹ ਚਾਚਾ ਭਤੀਜਾ ਮਿਲੇ, ਕੈਪਟਨ ਚਾਚਾ ਆ, ਸੁਖਬੀਰ ਬਾਦਲ ਭਤੀਜਾ। ਨਾਲੇ ਇਲੈਕਸ਼ਨਾਂ ਵੀ ਇਕੱਠੇ ਹੋ ਕੇ ਲੜਦੀਆਂ ਨੇ। ਜਦ ਦੇਖਿਆ ਵੀ ਇੱਕ ਭਲਵਾਨ ਟਹਿ ਰਿਹਾ ਫਿਰ ਦੂਜੇ ਭਲਵਾਨ ਨੂੰ ਸਪੋਰਟ ਕਰ ਦੇਣੀਆਂ। ਆਉਣ ਵਾਲਾ ਸਮਾਂ ਇੱਦਾਂ ਦੀ ਹੋਣਾ ਜਿੱਦਾਂ ਪਹਿਲਾਂ ਵੀ 2017 'ਚ ਵੀ ਇੱਦਾਂ ਹੀ ਹੋਇਆ ਸੀਗਾ। ਤੋ ਇਹ ਸਾਰਾ ਬੜਾ ਸਕੇਮ ਹੈ, ਇਹਨਾਂ ਦਾ ਨੈਟਵਰਕ ਹੈ। ਇਹ ਤੋੜਨਾ ਪੈਣਾ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਤੋੜਨਾ ਪੈਣਾ। ਔਰ ਇਹ ਤੋੜਨ ਦੇ ਲਈ ਉਹੀ ਪਾਰਟੀ ਤੋੜੇਗੀ ਇਹਨੂੰ ਜਿਹੜੀ ਡਿਸਿਪਲਿਨ 'ਚ ਪਾਰਟੀ ਆ, ਇਮਾਨਦਾਰ ਪਾਰਟੀ ਹੈ। ਔਰ ਮੈਂ ਸਮਝਦਾ ਜਿਹੜੀ ਪਾਰਟੀ ਕੁਛ ਕਹਿੰਦੀ ਆ ਕਰਕੇ ਦਿਖਾਉਂਦੀ ਆ ਉਹੀ ਪਾਰਟੀ। ਹੁਣ ਮੈਂ ਇਹ ਕਹੂੰਗਾ, ਬੜੀ ਕਲੀਅਰ ਗੱਲ ਕਹੂੰਗਾ, ਮੈਂ ਤਾਂ BJP ਹੀ ਇੱਕ ਪਾਰਟੀ ਹੈ ਜਿਹੜੀ ਡਿਸਿਪਲਿਨ ਦੀ ਪਾਰਟੀ ਹੈ, ਕਾਨੂੰਨ ਦੀ ਰਾਖੀ ਆ। ਔਰ ਅਸੀਂ ਜਦੋਂ ਸਾਡੀ ਪਾਰਟੀ BJP ਦੀ ਸਰਕਾਰ ਬਣ ਗਈ, ਮੈਂ ਕੈਪਟਨ ਅਮਰਿੰਦਰ ਵਾਂਗੂ ਨਹੀਂ ਕਹਿੰਦਾ ਕਿ 15 ਦਿਨ 'ਚ ਚੱਕ ਦਾਂਗੇ, ਨੌਕਰੀਆਂ ਦੇ ਦਾਂਗੇ, ਚਿੱਟਾ ਮਾਫ ਕਰ ਦਾਂਗੇ ਇੱਕ ਬਾਦਲਾਂ ਨੂੰ। ਅਸੀਂ ਉਹ ਵਾਅਦੇ ਕਰਨ ਵਾਲੀ ਪਾਰਟੀ ਸਾਡੀ ਨਹੀਂ ਹੈ। ਨਹੀਂ, BJP ਤਾਂ ਸ਼ੁਰੂ ਤੋਂ ਕਹਿ ਰਹੀ ਹੈ, ਸਾਲ ਹੋ ਗਿਆ ਜਦ ਬੈਠਣ ਨੇ ਅਸੀਂ ਹੱਲ ਕਰਨ ਨੂੰ ਤਿਆਰ ਆ। ਇਹ ਜਦੋਂ ਚੱਲੇ ਸੀ ਆਹੀ ਕਹਿੰਦੇ ਸੀ ਵੀ ਸਾਨੂੰ ਜਿਹੜੀ ਹੈ ਸਾਡੇ ਐਕਟ ਦੇ ਵਿੱਚ ਇਹ ਨਹੀਂ ਲਿਖਿਆ ਕਿ MSP ਨਹੀਂ ਹੈ। ਆਹੀ ਮੁੱਦੇ ਲੈ ਕੇ ਚੱਲੇ ਸੀ। ਅੱਜ ਮੇਰਾ ਖਿਆਲ ਹੈ ਵੀ ਸਾਡੀ ਪਾਰਟੀ ਸਾਡੇ ਸੀਨੀਅਰ ਲੀਡਰਾਂ ਦੇ ਬਿਆਨ ਆ ਰਹੇ। ਮੈਂ ਤਾਂ ਛੋਟਾ ਜਿਹਾ ਵਰਕਰ ਆ, ਨਵਾਂ ਆਇਆ। ਗਿਆਨੀ ਜੀ ਦੇ ਬਿਆਨ ਆਏ ਨੇ, ਗਰੇਵਾਲ ਸਾਹਿਬ ਦੇ, ਯਾਰ ਤੋਮਰ ਜੀ ਲੱਗੇ ਹੋਏ ਨੇ ਕਿ ਅਸੀਂ MSP ਜਿਹੜੀ ਹੈਗੀ ਰਿਟਨ 'ਚ ਦੇ ਦਾਂਗੇ। ਜਿਹੜੀ ਪ੍ਰੈਜ਼ੈਂਟ ਟੇਬਲ 'ਤੇ ਤਾਂ ਬਹਿ ਕੇ ਗੱਲ ਕਰੋ। ਉਹ ਇਸ ਗੱਲ 'ਤੇ ਤਾਂ ਨਹੀਂ ਮੰਨ ਰਹੇ। ਤੁਸੀਂ ਇਹ ਕਿਸਾਨਾਂ ਨੂੰ ਸਵਾਲ ਪੁੱਛੋ ਜਾ ਕੇ। ਜਿਹੜਾ ਸਵਾਲ ਮੈंने ਪੁੱਛਿਆ ਭਰਾਵੋ, ਇਹ ਕਿਸਾਨਾਂ ਜਿਹੜੀ ਜਥੇਬੰਦੀਆਂ ਨੂੰ ਪੁੱਛੋ। ਕਿਸਾਨ ਕੁਛ ਨਹੀਂ ਕਹਿ ਰਿਹਾ। ਕਿਸਾਨ ਤਾਂ ਬਹੁਤ ਵਧੀਆ ਦੇਵਤਾ ਬੰਦੇ ਨੇ ਕਿਸਾਨ ਔਰ ਨੌਜਵਾਨ। ਇਹ ਜਿਹੜੇ ਅੜੇ ਹੋਏ ਨੇ, ਇਹਨਾਂ ਦੇ ਵਿੱਚ ਕਈ ਪਾਰਟੀਆਂ ਦੇ ਕਈ ਮੋਟਿਵ ਨੇ, ਕਈ ਸਿਸਟਮ ਹੈ। ਤੁਸੀਂ ਇਹ ਸਵਾਲ ਉਹਨਾਂ ਨੂੰ ਪੁੱਛੋ ਜਾ ਕੇ ਜਥੇਬੰਦੀਆਂ ਨੂੰ ਕਿ ਵੀ ਤੁਸੀਂ MSP ਮੰਗਦੇ ਸੀ, MSP ਦੇ ਰਹੇ ਨੇ ਉਹ। ਤੁਹਾਡੀ ਫਸਲਾਂ ਤੁਹਾਡੀਆਂ ਚੱਕ ਲੀਆਂ, ਤੁਹਾਡੇ ਡਾਇਰੈਕਟ ਪੇਮੈਂਟ ਪਾਤੀ। ਤੁਹਾਨੂੰ ਜਿਹੜਾ ਰੇਹ ਦਾ ਥੈਲਾ ਸਾਲਾ 24 ਰੁਪਏ ਦਾ ਸੀਗਾ, ਸੌਰੀ ਮੈਂ ਸਾਲਾ ਕਹਿਤਾ, ਜੋ ਪੰਜਾਬੀ ਲੈਂਗੁਏਜ ਹੈ, ਤੁਸੀਂ ਚੱਕ ਕੇ ਉਹਨੂੰ ਤੁਸੀਂ ਤੁਹਾਨੂੰ 1200 ਦਾ ਕਰਤਾ। ਹੁਣ ਜਿਹੜੀ ਉਹ ਸਬਸਿਡੀ ਹੋਰ ਰੇਟ ਵਧਾ ਦਿੱਤਾ ਤੁਹਾਡਾ। ਹੌਲੀ ਹੌਲੀ ਹੋਰ ਹੋ ਜਾਣਾ। ਹੁਣ ਦੇਖੋ ਇੱਕ ਪਾਸੇ ਕਰੋਨਾ ਚੱਲ ਰਿਹਾ, ਮਹਿੰਗਾਈ ਚੱਲ ਰਹੀ ਹੈ, ਬੁਰਾ ਹਾਲ ਹੈ। ਆਫਟਰ ਮੋਦੀ ਜੀ ਕੋਲੋਂ ਕਿੱਥੋਂ ਪੈਸਾ ਆਉਂਦਾ? ਤੁਹਾਡਾ ਹੀ ਪੈਸਾ ਹੈ, ਤੁਹਾਨੂੰ ਹੀ ਦੇਣਾ। ਅਰੇ ਸਾਡੀ BJP ਕੋਲੇ ਪੈਸਾ ਟੈਕਸ ਰਾਹੀਂ ਆਉਣਾ ਹੈ ਮੋਦੀ ਜੀ ਕੋਲੇ। ਮੋਦੀ ਜੀ ਨੇ ਤੁਸੀਂ ਜਿਸ ਸੀਟ ਬਣ ਜਾ ਨੈਸ਼ਨਲ ਲੈਵਲ 'ਤੇ ਐਪਰੀਸ਼ੀਏਟ ਕਰਕੇ ਦੇਖੋ ਗੱਲ ਨੂੰ। ਐਂਡ ਤੁਸੀਂ ਵੀ ਐਪਰੀਸ਼ੀਏਟ ਕਰੋਗੇ, ਜਿਹੜੇ ਚੈਨਲ ਵਾਲੇ ਵੀ ਔਰ ਸਾਰੇ ਦੁਨੀਆ। ਅਗਰ ਮੋਦੀ ਜੀ ਨੇ ਕਿਹਾ ਕਿ ਮੈਂ ਸ਼ਾਂਤੀ ਲਿਆਉਣੀ ਹੈ, 377 ਤੋੜਨੀ ਹੈ, ਤੋੜੀ। ਅੱਜ ਸ਼ਾਂਤੀ ਹੈ। ਕੋਈ ਟੈਰੋਰਿਸਟ, ਕੋਈ ਗੜਬੜ ਹੋ ਰਹੀ ਹੈ? ਦੱਸੋ ਮੈਨੂੰ ਕਸ਼ਮੀਰ ਦੇ ਵਿੱਚ, ਪਲੀਜ਼ ਦੱਸੋ ਮੈਨੂੰ, ਹੋ ਰਹੀ ਹੈ? ਨਹੀਂ ਹੋ ਰਹੀ ਨਾ। ਜੇ ਉਹਨਾਂ ਨੇ ਕਿਹਾ ਅਸੀਂ ਰਾਮ ਮੰਦਿਰ ਬਣਾਉਣਾ ਹੈ, ਰਾਮ ਮੰਦਿਰ ਬਣਾਇਆ ਔਰ ਬਿਨਾਂ ਝਗੜੇ ਤੋਂ ਬਣਾਇਆ। ਦੇਖੋ ਤੁਸੀਂ, ਸ਼ਾਬਾਸ਼ੀ ਦੇਖੋ ਉਸ ਦਿਮਾਗ ਦੀ, ਉਸ ਦਿਆਲੂ ਬੰਦੇ ਦੀ ਜਿਹੜਾ ਮੋਦੀ ਜੀ ਹੈ। ਉਹਨੇ ਮੰਦਿਰ ਬਣਾਇਆ ਤੇ ਕੋਈ ਵੀ ਝਗੜਾ ਨਹੀਂ ਹੋਣ ਦਿੱਤਾ। ਇਹਨੂੰ ਕਹਿੰਦੇ ਸਿਆਣਾ ਪ੍ਰਾਈਮ ਮਿਨਿਸਟਰ। ਤੁਸੀਂ ਇਹ ਦੇਖੋ, ਬੜਾ ਕੁਝ ਕਿਹਾ ਗਿਆ। ਅਸੀਂ ਜਦੋਂ ਜੁਆਇਨ BJP ਨਹੀਂ ਕੀਤੀ ਸੀ, ਅਸੀਂ ਪੜ੍ਹ ਕੇ, ਦੋਸਤ ਕੇ, ਸੇਵ ਕੇ, ਸਾਰਾ ਕੁਛ ਅਸੀਂ ਤਾਂ BJP ਜੁਆਇਨ ਕੀਤੀ ਹੈ। ਇਸ ਪੁਆਇੰਟ ਦੇ ਉੱਤੇ ਕੀਤੀ ਕਿ ਯਾਰ ਬੜੀ ਸਿੱਧੀ ਜਿਹੀ ਗੱਲ ਹੈ, ਸਿੱਖਾਂ ਦਾ ਬੁਰਾ ਹਾਲ ਕਰਤਾ ਕਾਂਗਰਸ ਨੇ। ਮਾਰਤੀਆਂ ਧੀਆਂ ਪੈਣਾ, ਗਲੇ 'ਚ ਟਾਇਰ ਪਾ ਕੇ। ਤੁਹਾਨੂੰ ਬਾਰੀ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ। ਕੀ ਹਾਲ ਕੀਤਾ ਸੀ? ਕੋਈ ਸਿੱਖ ਬੋਡੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਉਹ SGPC ਹੈ, ਜਾਂ ਕੋਈ ਹੋਰ ਬੋਡੀ ਹੈ ਧਾਰਮਿਕ, ਕਿਸੇ ਦੀ ਹਿੰਮਤ ਪਈ ਬਦਲਾ ਲੈਂਦੀ ਕਾਨੂੰਨੀ ਤੌਰ 'ਤੇ। ਉਹ ਫੁਲਕਾ ਜੀ ਲੱਗੇ ਰਹੇ ਵਿਚਾਰੇ ਜਿੰਨੇ ਕੁ ਜੋਗੇ ਸੀ। ਬਟ ਮੈਂ ਇਹ ਕਹਿੰਦਾ ਕਿ ਜਦੋਂ ਜੋ ਵਾਅਦਾ ਮੋਦੀ ਜੀ ਨੇ ਕੀਤਾ ਕਿ ਸਿੱਖਾਂ ਦਾ ਬਦਲਾ ਲੈ ਕੇ ਦਊਂਗਾ, ਮੈਂ ਕੇਸ ਓਪਨ ਕਰੂੰਗਾ, ਔਰ ਤੁਸੀਂ ਦੇਖੋ ਕੇਸ ਓਪਨ ਹੋਏ। ਅੱਜ ਉਹ ਸੱਜਣ ਕੁਮਾਰ ਅੰਦਰ ਆਹੋ, ਜਿਹੜੇ ਛੁੱਟ ਗਏ ਉਹਨਾਂ ਦੀ ਅਪੀਲਾਂ ਸੁਪਰੀਮ ਕੋਰਟ 'ਚ ਪਈਆਂ ਨੇ, ਰਗੜੇ ਉਹ ਵੀ ਜਾਣਗੇ। ਹੋਰ ਵੀ ਜਿਹੜੇ ਕੇਸ ਇੱਦਾਂ ਹੀ ਫਾਈਲ ਕੀਤੇ ਪਏ ਸੀ, ਉਹ ਵੀ ਮੋਦੀ ਜੀ ਨੇ ਖੋਲ ਕੇ ਬਦਲਾ ਕਿਹਨੇ ਲੈ ਕੇ ਦਿੱਤਾ? ਮੈਂ ਤੁਹਾਨੂੰ ਸਿੰਪਲ ਸਵਾਲ ਪੁੱਛਦਾ, ਸਿੱਖਾਂ ਦਾ ਬਦਲਾ ਕਿਹਨੇ ਲੈ ਕੇ ਦਿੱਤਾ? ਮੋਦੀ ਜੀ ਨੇ ਲੈ ਕੇ ਦਿੱਤਾ, ਭਾਰਤੀ ਜਨਤਾ ਪਾਰਟੀ ਨੇ।
ਅਸੀਂ ਤਾਂ ऋणी ਆ ਯਾਰ। ਅਸੀਂ ਤਾਂ ਮੈਂ ਤਾਂ ਮੋਦੀ ਜੀ ਦੇ ਜੁੱਤੇ ਪਾਲਿਸ਼ ਕਰਨ ਨੂੰ ਤਿਆਰ ਹਾਂ। ਬੜੀ ਸਿੱਧੀ ਗੱਲ ਹੈ। ਸਿੱਖਾਂ ਲਈ ਜੋ ਉਹਨੇ ਕਰਤਾ ਔਰ ਜੋ ਨੈਸ਼ਨਲ ਲੈਵਲ 'ਤੇ ਕਰ ਰਿਹਾ ਮੋਦੀ ਜੀ, ਜੋ ਪਾਕਿਸਤਾਨ ਦੀ ਮੂੰਹ ਬੰਦ ਕਰਕੇ ਰੱਖਤਾ, ਚਾਈਨਾ ਦਾ ਮੂੰਹ ਬੰਦ ਕਰਕੇ ਰੱਖਤਾ, ਔਰ ਤੁਸੀਂ ਸਿੱਖਾਂ ਦਾ ਬਦਲਾ ਲੈ ਕੇ ਦੱਸਤਾ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਦੇਖਿਓ, ਇਹ ਜਿਹੜੀ ਥੋੜ੍ਹੀ ਜਿਹੀ ਵੇਟ ਕਰ ਲਓ, ਠੀਕ ਹੈ, ਮਹਿੰਗਾਈ ਵਾਂਗੂ ਵੀ ਘਟ ਜਾਣੀ ਹੈ। ਔਰ ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਦਾ ਕਿ ਪੰਜਾਬ ਦਾ ਭਲਾ ਕਿਆ ਅਕਾਲੀ ਕਰ ਪੈਣਗੇ ਜੇ ਸਰਕਾਰ ਤੁਸੀਂ ਬਣਾ ਦਿੰਦੇ ਹੋ? ਓਕੇ। ਸੈਕੰਡ, ਕਿਆ ਕਾਂਗਰਸ ਪੰਜਾਬ ਦਾ ਭਲਾ ਕਰ ਪਾਊਗਾ ਅਗਰ ਦੁਬਾਰਾ ਕਾਂਗਰਸ ਨੂੰ ਬਣਾ ਦਿੰਦੇ ਹੋ? ਆਮ ਆਦਮੀ ਪਾਰਟੀ, ਆਮ ਪਾਰਟੀ ਉਹ ਪਾਰਟੀ ਹੈ ਜਿਸ ਤਰ੍ਹਾਂ 407 ਦਾ ਇੱਕ ਪੁਰਾਣਾ ਟਰੱਕ ਹੁੰਦਾ ਨਾ, ਪੁਰਾਣਾ ਟਰੱਕ ਜਿਹਦਾ ਸਟੀਅਰਿੰਗ ਹੀ ਨਹੀਂ ਹੁੰਦਾ, ਉਹ ਹੈ। ਔਰ ਕੋਈ ਪਤਾ ਨਹੀਂ ਕਦ ਕਿਹਨੂੰ ਥੱਲੇ ਦੇ ਦੇਣਾ, ਕਦ ਆਪ ਥੱਲੇ ਆ ਜਾਣਾ, ਮੰਜ਼ਿਲ 'ਤੇ ਪਹੁੰਚਣਾ ਨਹੀਂ ਪਹੁੰਚਣਾ। ਇੱਕੋ ਇੱਕ ਪਾਰਟੀ ਹੈ ਸਾਡੇ ਕੋਲ, ਭਾਰਤੀ ਜਨਤਾ ਪਾਰਟੀ। ਉਹ ਕਿਉਂ ਹੈ ਕਿ ਜੋ ਦੇਣਾ ਤੁਹਾਨੂੰ ਸੈਂਟਰ ਨੇ ਦੇਣਾ। ਪੰਜਾਬ ਦੀ ਡਿਵੈਲਪਮੈਂਟ ਸੈਂਟਰ ਨੇ ਕਰਨੀ ਹੈ, ਪੰਜਾਬ ਦਾ ਕਰਜ਼ਾ ਸੈਂਟਰ ਨੇ ਲਾਣਾ, ਕਿਸਾਨਾਂ ਦਾ ਕਰਜ਼ਾ ਸੈਂਟਰ ਨੇ ਲਾਣਾ। ਅਤੇ ਫਿਰ ਉਸ ਜਹਾਜ਼ 'ਚ ਚੜ੍ਹੋ, ਉਸ ਜਹਾਜ਼ 'ਚ ਚੜ੍ਹੋ ਜਿਸ ਜਹਾਜ਼ ਨੇ ਕਲੀਅਰ ਪਾਰ ਹੋਣਾ। ਇਹ ਛੋਟੀ ਛੋਟੀ ਨਦੀਆਂ ਨੇ ਅਲਟੀਮੇਟਲੀ ਸਾਗਰ 'ਚ ਜਾਣਾ, ਉੱਥੇ ਮੰਗਣ ਜਾਣਾ ਮੋਦੀ ਜੀ ਕੋਲ, ਸਾਨੂੰ ਦੇ ਦਿਓ, ਜਸਟ ਲਾਈਕ ਕਿਸਾਨ ਮੰਗ ਰਹੇ ਨੇ।